सुनो सनामा पाठ पढ़ावा, आओ बच्चों सुनो सनामा पाठ पढ़ावा। तो सुन के हुंदा पूरा याद सैंस पंजाबी अते हिसाब, ओ लगे अंग्रेजी भी प्यारी, हिंदी समाज क पढ़ लो सारी। चंगियां गल्लां गीत भी गावा, सुनो सनावा पाठ पढ़ावा, सुनो सनावा पाठ पढ़ावा। दुआपा रेडियो। प्यारे विद्यार्थियों, मैं हाँ तुहाडा अध्यापक जसवंत सिंह, ਲੈਕਚਰਰ सरकारी सीनियर सैकेंडरी स्कूल मंसूरपुर, ਜ਼ਿਲ੍ਹਾ ਹੁਸ਼ਿਆਰਪੁਰ। ਅੱਜ ਅਸੀਂ ਪੜਾਂਗੇ ਤੁਹਾਡੀ ਪਾਠ ਪੁਸਤਕ ਅੱਖੀਂ ਡਿੱਠੀ ਦੁਨੀਆ ਦੇ ਵਿੱਚੋਂ ਸਫ਼ਰਨਾਮਾ ਲੇਖ ਅਮਰੀਕਨ ਸਭਿਅਤਾ। ਲੇਖ ਪੜਨ ਤੋਂ ਪਹਿਲਾਂ ਆਓ ਇਸ ਦੇ ਲੇਖਕ ਦੇ ਜੀਵਨ ਬਾਰੇ ਕੁਝ ਗੱਲਾਂ ਸਾਂਝੀਆਂ ਕਰ ਲੈਂਦੇ ਹਾਂ। ਇਸ ਦਾ ਲੇਖਕ ਹੈ ਡਾਕਟਰ ਹਰਦਿਤ ਸਿੰਘ ਢਿੱਲੋਂ। ਡਾਕਟਰ ਹਰਦਿਤ ਸਿੰਘ ਢਿੱਲੋਂ 1930-1932 ਦੇ ਵਿੱਚ ਆਪਣੀ ਪੜ੍ਹਾਈ ਦੇ ਸੰਬੰਧ ਵਿੱਚ ਅਮਰੀਕਾ ਗਏ। ਉਹਨਾਂ ਨੇ ਉੱਥੇ PhD ਅਰਥ ਸ਼ਾਸਤਰ ਕੈਲੀਫੋਰਨੀਆ ਤੋਂ ਕੀਤੀ ਔਰ 1954 ਦੇ ਵਿੱਚ ਆਪਣੇ ਉਸ ਸਫ਼ਰ ਦਾ ਜਿਹੜਾ ਅਨੁਭਵ ਹੈ ਉਹਨਾਂ ਨੇ ਇੱਕ ਕਿਤਾਬ ਦੇ ਰੂਪ ਵਿੱਚ ਲਿਖਿਆ, ਜਿਸ ਨੂੰ ਸਫ਼ਰਨਾਮਾ ਕਿਹਾ ਜਾਂਦਾ ਹੈ। ਔਰ ਉਹਨਾਂ ਦਾ ਲਿਖਿਆ ਹੋਇਆ ਸਫ਼ਰਨਾਮਾ ਹੈ ਅਮਰੀਕਾ ਦਾ ਚੱਕਰ। ਉਸ ਸਫ਼ਰਨਾਮਾ ਦੇ ਵਿੱਚੋਂ ਤੁਹਾਡਾ ਇਹ ਪਾਠ ਅਮਰੀਕਨ ਸਭਿਅਤਾ ਲਿਆ ਗਿਆ ਹੈ। ਸ਼੍ਰੀ ਹਰਦਿਤ ਸਿੰਘ ਢਿੱਲੋਂ ਦਾ ਜਨਮ 1902 ਦੇ ਵਿੱਚ ਜੁਲਾਈ 15 ਨੂੰ ਪਿਤਾ ਸਰਦਾਰ ਰਾਮ ਸਿੰਘ ਅਤੇ ਮਾਤਾ ਸ਼੍ਰੀਮਤੀ ਦਇਆ ਕੌਰ ਦੇ ਗ੍ਰਹਿ ਵਿਖੇ ਕਿਸ਼ਨਪੁਰਾ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਹੋਇਆ। ਉਹਨਾਂ ਨੇ ਵਿਦਿਆ MA PhD ਪ੍ਰਾਪਤ ਕੀਤੀ। ਉਹਨਾਂ ਨੇ ਪਹਿਲਾਂ ਅਧਿਆਪਨ ਦਾ ਕੀਤਾ, ਫਿਰ ਸਿੱਖਿਆ ਪ੍ਰਸ਼ਾਸਨ ਦੇ ਵਿੱਚ ਅਫਸਰ ਰਹੇ। ਉਹਨਾਂ ਨੇ ਪਹਿਲਾਂ ਆਪਣਾ ਸਫ਼ਰ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਲੈਕਚਰਾਰ ਤੋਂ ਸ਼ੁਰੂ ਕੀਤਾ, ਲੈਕਚਰਾਰ ਲੱਗੇ ਉਹ। ਫਿਰ ਉਹ ਫਰੀਦਕੋਟ, ਕਪੂਰਥਲਾ, ਪਟਿਆਲਾ ਅਤੇ ਬਠਿੰਡਾ ਦੇ ਸਰਕਾਰੀ ਕਾਲਜਾਂ ਦੇ ਪ੍ਰਿੰਸੀਪਲ ਰਹੇ ਤੇ 1981 ਦੇ ਵਿੱਚ ਉਹਨਾਂ ਦਾ ਨਿਧਨ ਹੋ ਗਿਆ। ਹੁਣ ਅਸੀਂ ਪੜ੍ਹਦੇ ਹਾਂ ਉਹਨਾਂ ਦਾ ਲੇਖ, ਸਫ਼ਰਨਾਮਾ ਲੇਖ ਅਮਰੀਕਨ ਸਭਿਅਤਾ। ਉਹ ਲਿਖਦੇ ਨੇ ਕਿ ਅਮਰੀਕਨ ਸਭਿਅਤਾ ਪੱਛਮੀ ਸਭਿਅਤਾ ਦਾ ਹੀ ਇੱਕ ਅੰਗ ਹੈ, ਕਿਉਂਕਿ ਇਸ ਦੇਸ਼ ਦੇ ਵਸਨੀਕਾਂ ਦੀ ਬਹੁ ਗਿਣਤੀ ਯੂਰਪੀਅਨ ਦੇਸ਼ਾਂ ਵਿੱਚੋਂ ਹੀ ਇੱਥੇ ਆ ਕੇ ਵਸੀ ਹੈ। ਇਹ ਵੀ ਦੱਸਦੇ ਨੇ ਕਿ ਜਦੋਂ ਸਭ ਤੋਂ ਪਹਿਲਾਂ ਮੇਫਲਾਵਰ ਨਾਂ ਦਾ ਸਮੁੰਦਰੀ ਜਹਾਜ਼ ਜਿਹੜਾ ਅਮਰੀਕਾ ਦੇ ਤੱਟ ਤੇ ਪਹੁੰਚਿਆ ਯੂਰਪੀਅਨ ਲੋਕਾਂ ਨੂੰ ਲੈ ਕੇ, ਉਸ ਜਹਾਜ਼ ਦੇ ਵਿੱਚ ਤੇ ਉਦੋਂ ਤੋਂ ਲੈ ਕੇ ਹੁਣ ਤੱਕ ਜਿੰਨੇ ਵੀ ਜਹਾਜ਼ ਅਮਰੀਕਾ ਦੇ ਤੱਟ ਤੇ ਲੱਗੇ ਨੇ, ਉਹ ਜਹਾਜ਼ ਉਹਨਾਂ ਯੂਰਪੀਅਨ ਲੋਕਾਂ ਨੂੰ ਅਮਰੀਕਾ ਲੈ ਕੇ ਆਏ ਜਿਹੜੇ ਖੁੱਲੇ ਸੁਭਾਅ ਦੇ ਸਨ ਔਰ ਜਿਹੜੇ ਬਹੁਤ ਹੀ ਅਗਾਂਹ ਵਧੂ ਲੋਕ ਸਨ। ਸਭ ਤੋਂ ਪਹਿਲਾਂ ਅਮਰੀਕਾ ਵਿੱਚ ਅਜਿਹੇ ਯੂਰਪੀਅਨ ਲੋਕ ਗਏ ਜਿਨ੍ਹਾਂ ਦਾ ਧਾਰਮਿਕ ਵਿਸ਼ਾਲ ਖਿਆਲੀ ਸੀ। ਧਾਰਮਿਕ ਜਜ਼ਬਾ ਜਿਹੜਾ ਹੈ ਉਹ ਬਹੁਤਾ, ਉਹਨਾਂ ਦਾ ਜਿਹੜਾ ਧਰਮ ਦੇ ਵਿੱਚ ਕੋਈ ਕੱਟੜ ਵਿਸ਼ਵਾਸ ਨਹੀਂ ਸੀ, ਉਹ ਧਾਰਮਿਕ ਵਿਸ਼ਾਲ ਖਿਆਲੀ ਦੇ ਸਨ। ਉਹ ਲੋਕ ਉੱਥੇ ਪੁੱਜੇ। ਇਸ ਤੋਂ ਬਿਨਾਂ ਉਹ ਲੋਕ ਵੀ ਉੱਥੇ ਪੁੱਜੇ ਜਿਹੜੇ ਰਾਜਸੀ ਤੌਰ ਤੇ ਸਮਾਜਿਕ ਤੌਰ ਤੇ ਬੜੇ ਵਧੀਆ ਵਿਚਾਰਾਂ ਦੇ ਸਨ। ਪਿਛਲੀ ਅਤੇ ਵਰਤਮਾਨ ਸਦੀ ਵਿੱਚ ਵੀ ਲੇਖਕ ਕਹਿੰਦਾ ਹੈ ਉਹੀ ਲੋਕ ਉੱਥੇ ਗਏ ਜਿਹੜੇ ਲੋਕ ਆਰਥਿਕ ਤੌਰ ਤੇ ਔਰ ਦਿਮਾਗੀ ਤੌਰ ਤੇ ਬੜੇ ਬਲਵਾਨ ਸੀ ਔਰ ਜਿਨ੍ਹਾਂ ਨੇ ਦੁਨੀਆ ਨੂੰ ਸੁਧਾਰਨ ਦੇ ਪਾਸੇ ਵੱਲ ਨੂੰ ਆਪਣਾ ਧਿਆਨ ਕੀਤਾ। ਅਜਿਹੇ ਲੋਕ ਹੀ ਕਹਿੰਦਾ ਅਮਰੀਕਾ ਵਿੱਚ ਜਾ ਕੇ ਵਸੇ। ਇਸ ਕਰਕੇ ਕਹਿੰਦੇ ਨੇ ਕਿ ਅਮਰੀਕਾ ਇੱਕ ਅਗਾਂਹ ਵਧੂ ਦੇਸ਼ ਬਣ ਗਿਆ ਤੇ ਅਮਰੀਕਾ ਦੇ ਲੋਕਾਂ ਦਾ ਫਿਰ ਅਗਾਂਹ ਵਧੂ ਹੋਣਾ ਕਹਿੰਦੇ ਕੁਦਰਤੀ ਗੱਲ ਸੀ, ਕਿਉਂਕਿ ਇੱਥੇ ਉਹ ਲੋਕ ਹੀ ਆਏ ਜਿਹੜੇ ਅਗਾਂਹ ਵਧੂ ਸੀ। ਫਿਰ ਅਮਰੀਕਾ ਦੀ ਧਾਰਮਿਕ ਸੁਤੰਤਰਤਾ ਦੀ ਗੱਲ ਕਰਦੇ ਨੇ ਕਿ ਅਮਰੀਕਾ ਦੇ ਵਿੱਚ ਧਾਰਮਿਕ ਸੁਤੰਤਰਤਾ ਬੜੀ ਹੈ। ਧਰਮ ਇੱਕ ਨਿਰੋਲ ਜਾਤੀ ਜਜ਼ਬਾ ਸਮਝਿਆ ਜਾਂਦਾ ਹੈ।
ਇੱਕ ਉਹ ਕਹਿੰਦੇ ਨੇ ਕਿ ਕਈ ਘਰ ਵੀ ਅਜਿਹੇ ਮਿਲਦੇ ਆ ਤੁਹਾਨੂੰ ਜਿੱਥੇ ਘਰ ਵਾਲਾ ਕਿਸੇ ਹੋਰ ਚਰਚ ਵਿੱਚ ਜਾਂਦਾ ਹੈ, ਘਰ ਵਾਲੀ ਕਿਸੇ ਹੋਰ ਚਰਚ ਵਿੱਚ ਜਾਂਦੀ ਹੈ ਤੇ ਉਹਨਾਂ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਮਤਭੇਦ ਜਿਹੜਾ ਹੈ ਉਹ ਨਹੀਂ ਹੁੰਦਾ। ਉਹਨਾਂ ਦੀ ਇਸੇ ਤਰ੍ਹਾਂ ਹੀ ਰਾਜਸੀ ਜਿਹੜੀ ਚੇਤਨਤਾ ਹੈ, ਰਾਜਸੀ ਸੁਤੰਤਰਤਾ ਜਿਹੜੀ ਹੈ ਉਹਨਾਂ ਵਿੱਚ ਉਹ ਵੀ ਹੈ। ਉਹ ਰਾਜਸੀ ਤੌਰ ਤੇ ਸੁਤੰਤਰ ਨੇ। ਲਿਖਦਾ ਹੈ ਕਿ ਜਦੋਂ 1932 ਦੇ ਵਿੱਚ ਉਹ ਜਿਹਦੇ ਘਰ ਰਹਿ ਰਹੇ ਸੀ ਉੱਥੇ ਅਮਰੀਕਾ ਦੇ ਵਿੱਚ, ਜਦੋਂ ਉਹ ਵਿਦਿਆਰਥੀ ਦੇ ਤੌਰ ਤੇ ਉੱਥੇ ਰਹਿ ਰਹੇ ਸੀ ਤਾਂ ਉਹਨਾਂ ਦੇ ਜਿਹੜੇ ਘਰ ਦੀ ਮਿਸਟਰ ਸਮਿਥ ਔਰ ਮਿਸਿਸ ਸਮਿਥ ਜਿਹੜੇ ਸਨ ਦੋਨੇ ਹੀ ਵੱਖ-ਵੱਖ ਰਾਜਸੀ ਪਾਰਟੀਆਂ ਦੇ ਸਨ। ਜਿਹੜਾ ਮਿਸਟਰ ਸਮਿਥ ਉਹ ਡੈਮੋਕ੍ਰੈਟਿਕ ਪਾਰਟੀ ਨਾਲ ਸੰਬੰਧ ਰੱਖਦਾ ਸੀ ਔਰ ਉਸਦੀ ਘਰਵਾਲੀ ਰਿਪਬਲਿਕਨ ਪਾਰਟੀ ਨਾਲ ਸੰਬੰਧ ਰੱਖਦੀ ਸੀ। ਦੋਹਾਂ ਦੇ ਵਿੱਚ ਬੜੀ ਸਾਰਥਕ ਬਹਿਸ ਹੁੰਦੀ ਸੀ ਪਰ ਉਹਨਾਂ ਵਿੱਚ ਕਦੇ ਤਕਰਾਰ ਨਹੀਂ ਸੀ ਹੋਇਆ, ਲੜਾਈ ਨਹੀਂ ਸੀ ਹੋਈ, ਭਾਵੇਂ ਕਿ ਦੋਵੇਂ ਤੀਵੀਂ ਆਦਮੀ ਸਨ ਤੇ ਖਾਣਾ ਖਾਣ ਵੇਲੇ ਉਹ ਮੇਜ਼ ਤੇ ਇਕੱਠੇ ਬਹਿ ਕੇ ਬੜੇ ਪਿਆਰ ਨਾਲ ਖਾਣਾ ਖਾਂਦੇ ਹੁੰਦੇ ਸੀ। ਇਸ ਤਰ੍ਹਾਂ ਲੇਖਕ ਕਹਿੰਦਾ ਹੈ ਕਿ ਰਾਜਸੀ ਜਿਹੜੀ ਚੇਤਨਤਾ ਹੈ ਉਹ ਵੀ ਅਮਰੀਕਨਾਂ ਦੇ ਵਿੱਚ ਬੜੀ ਹੈ ਔਰ ਇਹਦੇ ਵਿੱਚ ਵੀ ਸੁਤੰਤਰਤਾ ਹੈ। ਅਗਾਂਹ ਵਧੂ ਹੋਣ ਕਰਕੇ ਅਮਰੀਕਨ ਲੋਕ, ਲੇਖਕ ਕਹਿੰਦਾ ਹੈ ਕਿ ਇਸਤਰੀ ਦੀ ਸੁਤੰਤਰਤਾ ਨੂੰ ਵੀ ਬੜੀ ਪਹਿਲ ਦਿੰਦੇ ਨੇ ਕਿ ਇਸਤਰੀ ਸੁਤੰਤਰ ਹੋਵੇ। ਇਸਤਰੀਆਂ ਦੇ ਸੁਤੰਤਰਤਾ ਦੇ ਵਿੱਚ ਉਹ ਰੋੜਾ ਨਹੀਂ ਬਣਦੇ, ਰਾਹ ਦੇ ਵਿੱਚ ਰੋੜਾ ਨਹੀਂ ਬਣਦੇ, ਇਸਤਰੀ ਨੂੰ ਸੁਤੰਤਰ ਹੋਣ ਦਿੰਦੇ ਨੇ। ਲੇਖਕ ਕਹਿੰਦਾ ਹੈ ਕਿ ਭਾਵੇਂ ਯੂਰਪ ਦੇ ਵਿੱਚ ਉਹਨਾਂ ਵੇਲਿਆਂ ਦੇ ਵਿੱਚ ਇਸਤਰੀਆਂ ਸੁਤੰਤਰ ਨਹੀਂ ਸੀ ਪਰ ਅਮਰੀਕਾ ਵਿੱਚ ਇਹੋ ਜਿਹੀ ਕੋਈ ਗੱਲ ਨਹੀਂ ਸੀ। ਅਮਰੀਕਾ ਦੇ ਵਿੱਚ ਇਸਤਰੀਆਂ ਦੀ ਸੁਤੰਤਰਤਾ ਬਰਕਰਾਰ ਸੀ। ਅਗਲਾ ਗੁਣ ਜਿਹੜਾ ਅਮਰੀਕਨ ਸਭਿਅਤਾ ਦਾ ਲੇਖਕ ਉਹ ਦੱਸਦਾ ਹੈ, ਕਿਰਤ ਦੀ ਕਦਰ ਕਰਨਾ। ਬਾਬਾ ਨਾਨਕ ਵਾਲਾ ਸਿਧਾਂਤ, ਕਿਰਤ ਕਰੋ ਨਾਮ ਜਪੋ ਵੰਡ ਛਕੋ ਵਾਲਾ ਸਿਧਾਂਤ ਜਿਹੜਾ ਹੈ ਉਹਦੇ ਵਿੱਚ ਕਿਰਤ ਦੀ ਕਦਰ ਜਿਹੜੀ ਹੈ ਉਹ ਅਮਰੀਕਨ ਲੋਕ ਬਹੁਤ ਮੰਨਦੇ ਨੇ। ਕਿਸੇ ਵੀ ਕੰਮ ਨੂੰ ਛੋਟਾ ਵੱਡਾ ਨਹੀਂ ਸਮਝਿਆ ਜਾਂਦਾ। ਇੱਥੋਂ ਤੱਕ ਜਿਹੜੇ ਭੰਗੀ ਲੋਕ ਨੇ, ਜਿਹੜੇ ਨਾਲੀਆਂ ਆਦਿ ਸਾਫ਼ ਕਰਦੇ ਨੇ, ਉਹਨਾਂ ਨੂੰ ਵੀ ਮਾੜੀ ਨਜ਼ਰ ਨਾਲ ਨਹੀਂ ਵੇਖਿਆ ਜਾਂਦਾ। ਸਾਰੇ ਲੋਕ ਬਹੁਤ ਹੀ ਵਧੀਆ ਕਿਰਤੀਆਂ ਦਾ ਸਨਮਾਨ ਕਰਦੇ ਨੇ, ਚਾਹੇ ਕੋਈ ਬਹੁਤ ਵੱਡਾ ਸਮਝਿਆ ਜਾਂਦਾ ਕੰਮ ਕਰਦਾ, ਚਾਹੇ ਛੋਟਾ ਕੰਮ ਕਰਦਾ, ਪਰ ਸਾਰੇ ਕਿਰਤੀਆਂ ਨੂੰ ਇੱਕ ਸਮਾਨ ਮੰਨਿਆ ਜਾਂਦਾ ਹੈ। ਕਹਿੰਦਾ ਸਮਝਦਾਰ ਪਾਠਕਾਂ ਨੇ ਸ਼ਾਇਦ ਕਈ ਕਹਾਣੀਆਂ ਪੜ੍ਹੀਆਂ ਸੁਣੀਆਂ ਹੋਣਗੀਆਂ ਕਿ ਅਮਰੀਕਾ ਵਿੱਚ ਅਜਿਹੀਆਂ ਮਿਸਾਲਾਂ ਮਿਲਦੀਆਂ ਨੇ ਜਿੱਥੇ ਕਚਹਿਰੀ ਦਾ ਜੱਜ ਜੁੱਤੀਆਂ ਗੰਢ ਕੇ ਜਾਂ ਬੂਟ ਪਾਲਿਸ਼ ਕਰਕੇ ਗੁਜ਼ਾਰਾ ਕਰਦਾ ਜਾਂ ਆਪ ਕਿਰਤੀਆਂ ਵਾਂਗ ਖੇਤਾਂ ਵਿੱਚ ਖੇਤੀਬਾੜੀ ਦਾ ਕੰਮ ਕਰਦਾ। ਲੇਖ ਦੇ ਨਾਲ ਇਹ ਆਪ ਵੀ ਕਹਾਣੀ ਵਾਪਰੀ। ਉਹ ਦੱਸਦੇ ਨੇ ਕਿ ਜਦੋਂ ਕੈਲੀਫੋਰਨੀਆ ਦੇ ਵਿੱਚ ਸਟਾਕਟਨ ਦੇ ਨੇੜੇ ਕੰਮ ਕਰ ਰਹੇ ਸਨ ਤੇ ਮਾਲਕ ਜਿਹੜਾ ਉੱਥੋਂ ਦਾ ਗੋਰਾ ਅੰਗਰੇਜ਼ ਸੀ ਉਹਦੇ ਨਾਲ ਝਗੜਾ ਹੋ ਜਾਂਦਾ ਹੈ। ਉਹ ਜਾਣਾ ਚਾਹੁੰਦੇ ਨੇ ਕਚਹਿਰੀ ਦੇ ਵਿੱਚ ਤੇ ਕਚਹਿਰੀ ਵਿੱਚ ਜਦੋਂ ਜਾਂਦੇ ਨੇ ਅਗਲੀ ਸਵੇਰ ਉਸ ਦਾ ਬੌਸ ਨਾਲ ਜਾਂਦਾ ਲੇਖ ਦਾ, ਤੇ ਉਹ ਜਦੋਂ ਜੱਜ ਨੂੰ ਮਿਲਣ ਜਾਂਦੇ ਨੇ ਤੇ ਦੇਖਦੇ ਕੀ ਨੇ ਕਿ ਉਹਨੇ ਗੱਡੀ ਜਿਹੜੀ ਹੈ ਉਸ ਪਾਸੇ ਨੂੰ ਮੋੜ ਲਈ ਹੈ ਜਿਸ ਪਾਸੇ ਨੂੰ ਖੇਤਾਂ ਦਾ ਰਾਹ ਜਾਂਦਾ। ਲੇਖ ਨੇ ਦੱਸਣਾ ਚਾਹਿਆ ਹੈ ਕਿ ਖੇਤਾਂ ਦਾ ਰਾਹ ਜਾਂਦਾ, ਜੱਜ ਸਾਹਿਬ ਉੱਥੇ ਰਹਿੰਦੇ ਆ। ਜਦੋਂ ਪੁੱਛਿਆ ਉਹਨੇ ਆਪਣੇ ਮਾਲਕ ਨੂੰ, ਬੌਸ ਨੂੰ, ਕਿ ਕੀ ਗੱਲ ਇੱਧਰ ਨੂੰ ਕਿਉਂ ਮੋੜ ਲਈ ਗੱਡੀ, ਇਹ ਤਾਂ ਜ਼ਿਮੀਂਦਾਰਾਂ ਦੇ ਖੇਤਾਂ ਵੱਲ ਨੂੰ ਜਾਂਦੀ ਹੈ, ਤੇ ਉਹਨੂੰ ਪੁੱਛਣ ਤੇ ਪਤਾ ਲੱਗਾ ਕਿ ਜੱਜ ਸਾਹਿਬ ਦਾ ਘਰ ਇਹੀ ਹੈ, ਇਹੀ ਉਸਦੀ ਕਚਹਿਰੀ। ਉਸ ਵੇਲੇ ਕਹਿੰਦਾ 11:30 ਦਾ ਵਕਤ ਸੀ ਸਵੇਰ ਦਾ, ਤੇ ਜਦੋਂ ਉਹ ਜੱਜ ਸਾਹਿਬ ਦੇ ਘਰ ਪਹੁੰਚੇ ਹੈ ਤੇ ਉਹਨਾਂ ਨੂੰ ਉੱਤਰ ਮਿਲਿਆ ਕਿ ਜੱਜ ਸਾਹਿਬ ਕੰਮ ਤੇ ਗਏ ਹੋਏ ਨੇ, ਥੋੜੀ ਦੇਰ ਵਿੱਚ ਆਉਣ ਵਾਲੇ ਨੇ। ਕਹਿੰਦਾ 12:10 ਹੋਏ ਸੀ ਕਿ ਜੱਜ ਸਾਹਿਬ ਆ ਗਏ ਘੋੜਿਆਂ ਦੀ ਜੋਗ ਲੈ ਕੇ। ਅਸੀਂ ਪਹਿਲਾਂ ਬਲਦਾਂ ਦੇ ਨਾਲ ਖੇਤੀ ਕਰਦੇ ਹੁੰਦੇ ਸੀ, ਵਹਾਈ ਕਰਦੇ ਸੀ, ਹਲ ਵਾਹੁੰਦੇ ਸੀ। ਉਸੇ ਤਰ੍ਹਾਂ ਅਮਰੀਕਾ ਦੇ ਵਿੱਚ ਘੋੜਿਆਂ ਦੇ ਨਾਲ ਵੀ ਹਲਵਾਈ ਕੀਤੀ ਜਾਂਦੀ ਸੀ। ਤੇ ਉਹ ਘੋੜਿਆਂ ਦੀ ਜੋਗ ਲੈ ਕੇ ਜੱਜ ਜਿਹੜਾ ਉਹ ਆ ਗਏ ਤੇ ਜੱਜ ਜਿਹੜਾ ਧੂੜ ਨਾਲ ਪਸੀਨੇ ਨਾਲ ਭਿੱਜਿਆ ਹੋਇਆ ਹੈ, ਘਰ ਆ ਕੇ ਉਹਨੇ ਘੋੜੇ ਬੰਨੇ ਨੇ। ਫਿਰ ਲੇਖਕ ਨੂੰ ਪੁੱਛਿਆ ਹੈ ਕਿ ਕਿਸ ਤਰ੍ਹਾਂ ਆਏ ਹੋ। ਜਦ ਦੱਸਿਆ ਗਿਆ ਕਿ ਉਹ ਆਪਣਾ ਕੇਸ ਲਾਉਣ ਲਈ ਆਏ ਨੇ ਤਾਂ ਫਿਰ ਜੱਜ ਉੱਠ ਖਲੋਇਆ ਤੇ ਉਹਨੇ ਕਿਹਾ, ਮੈਂ ਮੂੰਹ ਧੋ ਕੇ ਹੁਣੇ ਆਉਣਾ ਹਾਂ, ਤੁਸੀਂ ਬੈਠੋ। ਉਹ ਦੇਖੋ ਮੂੰਹ ਹੱਥ ਧੋਣ ਚਲਾ ਗਿਆ ਤੇ ਆ ਕੇ ਉਹਨੇ ਸਾਰੀ ਗੱਲ ਲੇਖ ਦੀ ਤੇ ਉਹਦੇ ਬੌਸ ਦੀ ਬੜੇ ਧਿਆਨ ਨਾਲ ਸੁਣੀ
ਤੇ ਕਾਨੂੰਨ ਅਨੁਸਾਰ ਮੁਕੱਦਮਾ ਚਲਾ ਦਿੱਤਾ। ਦੇਖੋ ਵੀ ਕਿਰਤ ਦੀ ਕਦਰ ਕਿੰਨੀ ਹੈ। ਜਿਸ ਦੇਸ਼ ਦੇ ਵਿੱਚ ਜੱਜ ਜਿਹੜਾ ਹੈ ਉਹ ਵੀ ਖੇਤੀ ਕਰੇ ਆਪਣੀ ਖੇਤਾਂ ਦੇ ਵਿੱਚ, ਉੱਥੇ ਕਿਰਤ ਦੀ ਕਦਰ ਤਾਂ ਆਪੇ ਹੋਣੀ ਹੋਈ। ਬੱਚਿਓ, ਕਹਿੰਦਾ ਕਿਰਤ ਦੀ ਕਦਰ ਦਾ ਸਬਕ ਅਮਰੀਕਨ ਲੋਕਾਂ ਨੂੰ ਬਚਪਨ ਤੋਂ ਹੀ ਆਪਣੇ ਘਰਾਂ ਵਿੱਚ ਮਿਲਦਾ ਹੈ। ਘਰਾਂ ਵਿੱਚ ਮਿਲਦਾ ਹੈ। ਜਦੋਂ ਘਰ ਦੇ ਲੋਕ ਸਿਆਣੇ ਕੰਮ ਕਰਦੇ ਨੇ ਤਾਂ ਨਾਲ ਆਪਣੇ ਛੋਟੇ ਬੱਚਿਆਂ ਨੂੰ ਵੀ ਲਾ ਲੈਂਦੇ ਨੇ। ਸ਼ਾਮ ਨੂੰ ਉਹਨਾਂ ਬਿਸਤਰਾ ਵਿਛਾਉਣਾ, ਸਵੇਰੇ ਆਪਣੇ ਬੂਟ ਪਾਲਿਸ਼ ਕਰਨੇ, ਆਪਣੀ ਵਰਦੀ ਨੂੰ ਇਸਤਰੀ ਕਰਨਾ, ਪ੍ਰੈਸ ਕਰਨਾ, ਆਪਣੇ ਮਾਪਿਓ ਨਾਲ ਝਾੜੂ ਫੇਰਨਾ, ਸਫਾਈ ਕਰਨੀ ਘਰ ਦੀ। ਇਸ ਤਰ੍ਹਾਂ ਬਚਪਨ ਤੋਂ ਹੀ ਉਹ ਬੱਚਿਆਂ ਨੂੰ ਆਪਣੇ ਨਾਲ ਲਾ ਲੈਂਦੇ ਨੇ ਤੇ ਬਚਪਨ ਤੋਂ ਹੀ ਬੱਚੇ ਜਿਹੜੇ ਨੇ ਉਹ ਕਿਰਤ ਦੀ ਕਦਰ ਕਰਨਾ ਸਿੱਖ ਜਾਂਦੇ ਨੇ। ਇਸ ਤਰ੍ਹਾਂ ਉਹਨਾਂ ਦੀਆਂ ਕੁੜੀਆਂ ਜਿਹੜੀਆਂ ਨੇ ਉਹਨਾਂ ਦੀ ਕਿਤਾਬਾਂ ਦੇ ਨਾਲ ਨਾਲ ਉਹਨਾਂ ਨੂੰ ਕੱਪੜਿਆਂ ਦੀ ਧੁਆਈ ਦਾ, ਸਿਉਣਾ, ਪਰੋਣਾ, ਉਣਨਾ ਆਦਿ ਦੇ ਕੰਮ ਵੀ ਉਸ ਵੇਲੇ ਸਿਖਾਏ ਜਾਂਦੇ ਔਰ ਕਿਚਨ ਦਾ ਕੰਮ ਜਿਹੜਾ ਹੈ, ਰਸੋਈ ਆਦਿ ਦਾ ਕੰਮ ਵੀ ਉਹਨਾਂ ਨੂੰ ਸਿਖਾਇਆ ਜਾਂਦਾ। ਇੱਕ ਵਾਰ ਲੇਖਕ ਇੱਕ ਘਟਨਾ ਦਾ ਜ਼ਿਕਰ ਕਰਦਾ ਹੈ ਕਿ ਉਹ ਆਇਡਾਹੋ ਯੂਨੀਵਰਸਿਟੀ ਵਿੱਚ ਪੜ੍ਹਦਾ ਸੀ ਤਾਂ ਪ੍ਰੈਜ਼ੀਡੈਂਟ ਸਾਹਿਬ ਦੀ ਕੋਠੀ ਕਿਸੇ ਕੰਮ ਲਈ ਗਿਆ। ਪ੍ਰਧਾਨ ਸਾਹਿਬ ਦੀ ਕੋਠੀ ਦੇ ਵਿੱਚ ਸਿਆਲ ਦਾ ਮੌਸਮ ਸੀ ਤੇ ਛੁੱਟੀ ਦਾ ਦਿਨ ਤੇ ਬਰਫ਼ ਬੜੀ ਪਈ ਹੋਈ ਸੀ। ਉਹ ਜਿਉਂ ਹੀ 10 ਵਜੇ ਸਵੇਰੇ ਉਹਦੀ ਕੋਠੀ 'ਚ ਪਹੁੰਚਦਾ ਹੈ ਲੇਖਕ, ਤਾਂ ਕੀ ਦੇਖਦਾ ਹੈ ਕਿ ਉਸਨੇ ਰਬੜ ਦੇ ਗੋਡਿਆਂ ਤੱਕ ਉੱਤੇ ਬੂਟ ਪਾਏ ਨੇ, ਬੇਲਚਾ ਫੜਿਆ ਹੋਇਆ ਹੈ ਔਰ ਆਪਣੇ ਘਰ ਦੇ ਚਫੇਰਿਓਂ ਉਹ ਬਰਫ਼ ਹਟਾਉਣ ਦਾ ਕੰਮ ਕਰ ਰਿਹਾ ਹੈ। ਇਹ ਦੇਖੋ, ਇਹ ਵੀ ਕਿਰਤ ਦੀ ਕਦਰ ਦਾ ਇੱਕ ਦੀ ਬੜੀ ਵਧੀਆ ਉਦਾਹਰਣ ਹੈ। ਅੱਧੇ ਤੋਂ ਵੱਧ ਉਹਨੇ ਕੰਮ ਮੁਕਾ ਲਿਆ ਸੀ। ਜਿਉਂ ਹੀ ਉਹਨੇ ਲੇਖਕ ਨੂੰ ਆਇਆ ਦੇਖਿਆ ਤਾਂ ਲੇਖਕ ਦੇ ਨਾਲ ਉਹ ਬੈਠ ਗਿਆ। ਲੇਖਕ ਨੂੰ ਜਿਹੜਾ ਕੰਮ ਸੀ ਉਹਦੀ ਮਦਦ ਕਰ ਦਿੱਤੀ ਉਹਨੇ, ਪ੍ਰਧਾਨ ਨੇ। ਤੇ ਜਿਉਂ ਹੀ ਲੇਖਕ ਉੱਥੋਂ ਵਿਦਾ ਹੋਇਆ ਫਿਰ ਉਹ ਪ੍ਰਧਾਨ ਆਪਣਾ ਬੇਲਚਾ ਲੈ ਕੇ ਰਹਿੰਦਾ ਹੋਇਆ ਕੰਮ ਜਿਹੜਾ ਆਪਣਾ ਬਰਫ਼ ਹਟਾਉਣ ਦਾ ਉਸਨੇ ਕਰਨਾ ਸ਼ੁਰੂ ਕਰ ਦਿੱਤਾ। ਫਿਰ ਲੇਖਕ ਕਹਿੰਦਾ ਹੈ ਕਿ ਅਮਰੀਕਨ ਲੋਕ ਇਸਤਰੀ ਆਦਮੀਆਂ ਦੇ ਕੰਮਾਂ ਵਿੱਚ ਕੋਈ ਬਹੁਤਾ ਵਿਤਕਰਾ ਨਹੀਂ ਕਰਦੇ। 1932 ਦੇ ਵਿੱਚ ਕਹਿੰਦਾ ਆਰਥਿਕ ਮੰਦਵਾੜਾ ਚੱਲ ਰਿਹਾ ਸੀ ਤਾਂ ਜਿਹਦੇ ਘਰ ਉਹ ਰਹਿ ਰਹੇ ਸਨ ਉਸ ਘਰ ਦੇ ਵਿੱਚ ਪਹਿਲਾਂ ਬੰਦਾ ਕੰਮ ਕਰਦਾ ਸੀ ਤੇ ਘਰ ਵਾਲੀ ਘਰ ਰਹਿੰਦੀ ਸੀ। ਫਿਰ ਬੰਦੇ ਨੇ ਬੜੀ ਕੋਸ਼ਿਸ਼ ਕੀਤੀ, ਉਹਦਾ ਕਾਰਖਾਨੇ 'ਚੋਂ ਕੰਮ ਬੰਦ ਹੋ ਗਿਆ। ਉਹਨੇ ਬੜੀ ਕੋਸ਼ਿਸ਼ ਕੀਤੀ ਬਾਹਰ ਕਿਤੇ ਕੰਮ ਲੈਣ ਦੀ, ਉਹਨੂੰ ਕੰਮ ਮਿਲਿਆ ਨਾ। ਤਾਂ ਫਿਰ ਕਿਤੇ ਇੱਕ ਥਾਂ ਆਲੂਆਂ ਦੇ ਜਿਹੜੇ ਹੈ ਉਹ ਡੱਬੇ ਭਰਨ ਦਾ ਕੰਮ ਕਿਸੇ ਕਾਰਖਾਨੇ ਵਿੱਚ ਮਿਲਣਾ ਸੀ, ਪਰ ਉੱਥੇ ਤਾਂ ਔਰਤਾਂ ਚਾਹੀਦੀਆਂ ਸਨ। ਇਸ ਕਰਕੇ ਉਹਦੀ ਇਸਤਰੀ ਨੇ ਉੱਥੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਤੇ ਜਿਹੜਾ ਉਹਦਾ ਘਰ ਵਾਲਾ ਹੈ ਉਸਨੇ ਘਰ ਦਾ, ਰਸੋਈ ਦਾ, ਸਫਾਈ ਦਾ ਕੰਮ ਸਾਂਭ ਲਿਆ ਤੇ ਉਹ ਹੀ ਹੁਣ ਸਾਰਿਆਂ ਨੂੰ ਰੋਟੀ ਬਣਾ ਕੇ ਖਵਾਉਂਦਾ। ਜਦੋਂ 2-4 ਮਹੀਨੇ ਲੰਘ ਜਾਂਦੇ ਨੇ, ਜਦੋਂ ਫਿਰ ਉਸ ਮਨੁੱਖ ਨੂੰ ਕੰਮ ਮਿਲ ਜਾਂਦਾ ਹੈ ਤਾਂ ਫਿਰ ਉਹ ਆਪਣੇ ਪਹਿਲੇ ਵਾਲੇ ਕੰਮ ਤੇ ਆ ਜਾਂਦਾ ਤੇ ਉਹਦੀ ਘਰ ਵਾਲੀ ਘਰ ਦੇ ਕੰਮ ਤੇ ਆ ਜਾਂਦੀ ਹੈ। ਇਸ ਤਰ੍ਹਾਂ ਉਹ ਜਿਹੜੀ ਇਹ ਸਮੇਂ ਦੀ ਕਦਰ ਕਰਦੇ ਨੇ, ਕਿਰਤ ਦੀ ਕਦਰ ਕਰਦੇ ਨੇ ਉਹ ਲੋਕ, ਉਹ ਆਪਣਾ ਸਮਾਂ ਜਿਹੜਾ ਹੈ ਉਹ ਵਿਅਰਥ ਨਹੀਂ ਗਵਾਉਂਦੇ। ਉਹ ਸਮਾਂ ਸਾਰਣੀ ਬਣਾ ਕੇ ਰੱਖਦੇ ਨੇ। ਜਿਸ ਤਰ੍ਹਾਂ ਬੱਚਿਓ ਤੁਹਾਡੇ ਪੀਰੀਅਡ ਦਾ ਸਮਾਂ ਨਿਯਤ ਕੀਤਾ ਜਾਂਦਾ ਹੈ, 8 ਪੀਰੀਅਡ ਦਾ ਸਮਾਂ ਨਿਸ਼ਚਿਤ ਕੀਤਾ ਜਾਂਦਾ ਹੈ, ਉਸੇ ਤਰ੍ਹਾਂ ਹੀ ਉਹ ਆਪਣੇ ਜੀਵਨ ਦੀ ਸਮਾਂ ਸਾਰਣੀ ਬਣਾ ਕੇ ਰੱਖਦੇ ਨੇ ਕਿ ਕਿਹੜੇ ਕਿਹੜੇ ਸਮੇਂ ਉਹਨਾਂ ਕਿਹੜਾ ਕਿਹੜਾ ਕੰਮ ਕਰਨਾ ਹੈ। ਉਹਨਾਂ ਨੂੰ ਕਿਸੇ ਵੇਲੇ ਕਿਸੇ ਤਰ੍ਹਾਂ ਦੀ ਵੇਲ ਨਹੀਂ। ਜਦੋਂ ਕਿਤੇ ਵੇਲ ਹੁੰਦੀ ਹੈ ਤਾਂ ਉਸ ਵੇਲ ਦਾ ਵੀ ਬੜਾ ਉਹ ਆਨੰਦ ਮਾਣਦੇ ਨੇ। ਅੱਗੇ ਲਿਖਦਾ ਹੈ ਕਿ ਅਮਰੀਕਨ ਘਰਾਂ ਦੇ ਵਿੱਚ ਲੜਕੇ ਭਾਵ ਮੁੰਡੇ ਜਾਂ ਕੁੜੀ ਦੇ ਜਨਮ ਸਮੇਂ ਵੀ ਕੋਈ ਵਿਸ਼ੇਸ਼ ਪ੍ਰੋਗਰਾਮ ਨਹੀਂ ਕੀਤਾ ਜਾਂਦਾ, ਨਾ ਬਹੁਤੀ ਖੁਸ਼ੀ ਮਨਾਈ ਜਾਂਦੀ ਹੈ ਔਰ ਨਾ ਲੜਕੀ ਪੈਦਾ ਹੋਣ ਤੇ ਬਹੁਤਾ ਸੋਗ ਮਨਾਇਆ ਜਾਂਦਾ। ਉੱਥੇ ਕੁੜੀਆਂ ਤੇ ਮੁੰਡਿਆਂ ਨੂੰ ਇੱਕੋ ਜਿਹਾ ਸਮਝਿਆ ਜਾਂਦਾ, ਇੱਕੋ ਤਰ੍ਹਾਂ ਉਹਨਾਂ ਦੀ ਪਾਲਣਾ ਪੋਸ਼ਣਾ ਕੀਤੀ ਜਾਂਦੀ ਹੈ, ਕਿਸ ਤਰ੍ਹਾਂ ਦਾ ਵਿਤਕਰਾ ਨਹੀਂ ਕੀਤਾ ਜਾਂਦਾ। ਅੱਗੇ ਲੇਖਕ ਦੇ ਸੁਨੇਹਾ ਦਿੰਦਾ ਹੈ ਕਿ ਅਮਰੀਕਨ ਸਭਿਅਤਾ ਜਿਹੜੀ ਹੈ ਉਹ ਕਲਧਾਰੀ ਸਭਿਅਤਾ ਹੈ, ਭਾਵ ਕਿ ਮਸ਼ੀਨਰੀ ਦਾ ਉੱਥੇ ਯੁੱਗ ਹੈ। ਮਸ਼ੀਨਰੀ ਨਾਲ ਹੀ ਸਾਰੇ ਕੰਮ ਹੁੰਦੇ ਨੇ, ਕਲਾ ਦੀ ਸਹਾਇਤਾ ਨਾਲ ਹੀ ਸਾਰੇ ਕੰਮ ਕਾਰਖਾਨਿਆਂ ਦੇ ਵਿੱਚ ਕੀਤੇ ਜਾਂਦੇ ਨੇ। ਕੀ ਕਿਰਤੀ, ਕੀ ਦੁਕਾਨਦਾਰ, ਕੀ ਦਫ਼ਤਰਾਂ ਦੇ ਕਰਮਚਾਰੀ, ਸਾਰਿਆਂ ਦਾ ਜੀਵਨ ਜਿਹੜਾ ਹੈ ਉਹ ਕਲਾ ਭਰਪੂਰ ਹੈ। ਉਹ ਸਾਰੇ ਮਸ਼ੀਨਾਂ ਦੇ ਨਾਲ ਕੰਮ ਕਰਦੇ ਨੇ ਤੇ
ਅਮਰੀਕਨ ਸਭਿਅਤਾ ਨੂੰ ਲੇਖਕ ਡਾਲਰ ਸਭਿਅਤਾ ਵੀ ਕਹਿੰਦਾ ਹੈ, ਕਿਉਂਕਿ ਉਹਨਾਂ ਲੋਕਾਂ ਦਾ ਬਹੁਤਾ ਧਿਆਨ ਜਿਹੜਾ ਹੈ ਉਹ ਕੰਮਕਾਜ ਵੱਲ ਹੈ। ਉਹਨਾਂ ਦੇ ਵਿੱਚ ਬਿਲਕੁਲ ਵੇਲ ਦਾ ਸਮਾਂ ਹੀ ਹੈ ਨਹੀਂ, ਵੇਲ ਹੈ ਹੀ ਨਹੀਂ। ਜੇ ਕਿਤੇ ਵੇਲ ਵੀ ਹੈ ਤਾਂ ਉਸ ਦਾ ਸਦ ਉਪਯੋਗ ਕਰਦੇ ਨੇ। ਇਹ ਵੀ ਗੱਲ ਨਹੀਂ ਹੈ ਕਿ ਉਹਨਾਂ ਦੀ ਸਭਿਅਤਾ ਨੂੰ ਡਾਲਰ ਸਭਿਅਤਾ ਕਹਿ ਕੇ ਲੇਖਕ ਉਹਨਾਂ ਦੀ ਜਿਹੜੀ ਭਾਵਨਾਵਾਂ ਨੇ ਜਾਂ ਉਹਨਾਂ ਦੇ ਜਜ਼ਬਾਤ ਨੇ ਉਹਨਾਂ ਨੂੰ ਕੋਈ ਠੇਸ ਪਹੁੰਚਾਉਣਾ ਚਾਹੁੰਦਾ। ਲੇਖਕ ਕਹਿੰਦਾ ਇਹੋ ਜਿਹੀ ਵੀ ਗੱਲ ਨਹੀਂ ਕੋਈ। ਉੱਥੇ ਭਾਵੇਂ ਡਾਲਰ ਸਭਿਅਤਾ ਹੈ, ਭਾਵੇਂ ਲੋਕ ਕੰਮ ਨਾਲ ਪਿਆਰ ਰੱਖਦੇ ਨੇ, ਪਰ ਧਰਮ ਤੇ ਕਲਾ ਦੀ ਆਪੋ ਆਪਣੀ ਥਾਂ ਹੈ। ਭਾਵੇਂ ਸੱਚਾਈ ਮੰਨਣੋਂ ਇਨਕਾਰ ਨਹੀਂ ਕੀਤਾ ਜਾਂਦਾ ਕਿ ਇਹਨਾਂ ਦੀ ਪਦਵੀ ਓਨੀ ਉੱਚੀ ਨਹੀਂ ਜਿਤਨੀ ਕਿ ਹੋਣੀ ਚਾਹੀਦੀ ਹੈ। ਧਰਮ ਤੇ ਕਲਾ ਵਿੱਚ ਯਕੀਨ ਉਹਨਾਂ ਦਾ ਹੈ, ਪਰ ਇੰਨਾ ਨਹੀਂ ਜਿੰਨਾ ਕਿਰਤ ਦੇ ਵਿੱਚ, ਕੰਮ ਵਿੱਚ ਉਹਨਾਂ ਦਾ ਧਿਆਨ ਹੈ। ਪਿਆਰੇ ਵਿਦਿਆਰਥੀਓ, ਇਸ ਲੇਖ ਦਾ ਸਾਰ ਲਿਖਣ ਨੂੰ ਤੁਹਾਨੂੰ ਕਿਹਾ ਜਾ ਸਕਦਾ ਹੈ। ਇਸ ਤੋਂ ਬਿਨਾਂ ਨਿੱਕੇ ਨਿੱਕੇ ਪ੍ਰਸ਼ਨ ਜਿਹੜੇ ਨੇ ਉਹਨਾਂ ਦਾ ਉੱਤਰ ਵੀ ਤੁਸੀਂ ਇਹਦੇ ਵਿੱਚੋਂ ਪਾਠ ਵਿੱਚੋਂ ਲੱਭਣਾ ਹੈ। ਪਹਿਲਾਂ ਪਾਠ ਨੂੰ ਧਿਆਨ ਨਾਲ ਪੜ੍ਹਨਾ ਹੈ, ਸਫ਼ਰਨਾਮਾ ਲੇਖ ਨੂੰ। ਇਹਦੇ ਵਿੱਚੋਂ ਪ੍ਰਸ਼ਨਾਂ ਦੇ ਉੱਤਰ ਲੱਭ ਕੇ ਲਿਖਣੇ ਨੇ ਔਰ ਇਸ ਪਾਠ ਦਾ ਸਾਰ ਲਿਖਣਾ ਹੈ। ਅੱਜ ਦਾ ਸਬਕ ਇੰਨਾ ਹੀ, ਬਾਕੀ ਫਿਰ ਸਹੀ। ਧੰਨਵਾਦ। ਦੁਆਬਾ ਰੇਡੀਓ।